Good morning, students. Today we are going to start lesson number 12, Marco Polo. So, firstly, we will do activity 1, word meaning of this chapter. So, first word is merchant, which means vapari, adventurous, sassy, explorer, खोजी खोज करन वाला, caravan, काफला, फैसीनेटेड, आकर्षित होया, ग्रैंडनेस, शानदार या वड्डा, लग्जरी, विलासता, लग्जरी ਨੂੰ ਆਪਾਂ ਕਹਿੰਦੇ ਹਾਂ ਜਿਹੜੀ ਆਪਣੇ ਕੋਲ ਸਹੂਲਤਾਂ ਹੁੰਦੀਆਂ ਠੀਕ, ਸਪੇ, ਜਾਸੂਸ, ਟਰਾਂਸਲੇਟਡ, ਅਨੁਵਾਦ ਕੀਤਾ, ਇੰਸਪਾਇਰਡ, ਪ੍ਰਭਾਵਿਤ ਕੀਤਾ, ਗ੍ਰੇਟਨੈਸ, ਮਹਾਨਤਾ, ਗੌਰਵ, ਕਲਚਰ, ਸੱਭਿਆਚਾਰ ਜਾਂ ਸੱਭਿਅਤਾ ਲਿਖ ਸਕਦੇ ਹਾਂ। ਨੈਕਸਟ ਵੀ ਵਿਲ ਡੂ ਚੈਪਟਰ। So let's read Marco Polo. Marco Polo was a merchant and an adventurer. ਮਾਰਕੋ ਪੋਲੋ ਕੀ ਸੀ? ਇੱਕ ਮਰਚੈਂਟ ਸੀ, ਵਪਾਰੀ ਸੀ ਅਤੇ ਐਡਵੈਂਚਰਸ ਕੀ ਸੀ? ਸਾਹਸੀ ਪੁਰਸ਼ ਸੀਗਾ। ਹੀ ਟਰੈਵਲਡ ਵਿਦ ਹਿਜ਼ ਫਾਦਰ ਐਂਡ ਅੰਕਲ ਫਰੋਮ ਵੈਨਿਸ ਟੂ ਚਾਈਨਾ। ਤਾਂ ਉਹ ਆਪਣੇ ਫਾਦਰ ਨਾਲ ਟਰੈਵਲ ਕਰਦਾ ਹੈਗਾ ਗਾ, ਯਾਤਰਾ ਕੀਤੀ ਉਸਨੇ ਫਾਦਰ ਅਤੇ ਅੰਕਲ ਦੇ ਨਾਲ ਫਰੋਮ ਵੈਨਿਸ ਟੂ ਚਾਈਨਾ। ਵੈਨਿਸ ਇਟਲੀ ਤੋਂ ਲੈ ਕੇ ਚਾਈਨਾ ਤੱਕ ਉਸਨੇ ਚੀਨ ਤੱਕ ਯਾਤਰਾ ਕੀਤੀ। ਮਾਰਕੋ ਪੋਲੋ ਸਪੈਂਡ 70 ਈਅਰਸ ਇਨ ਚਾਈਨਾ ਬਿਫੋਰ ਰਿਟਰਨਿੰਗ ਟੂ ਵੈਨਿਸ। ਮਾਰਕੋ ਪੋਲੋ ਨੇ ਜਿਹੜੀ ਚਾਈਨਾ ਦੇ ਚੀਨ ਦੇ ਵਿੱਚ 17 ਸਾਲ ਬਿਤਾਏ ਵੈਨਿਸ ਵਾਪਸ ਪਰਤਣ ਤੋਂ ਪਹਿਲਾਂ। ਲੈਟ ਅਸ ਰੀਡ ਐਂਡ ਲਰਨ ਮੋਰ ਅਬਾਊਟ ਦਿਸ ਐਡਵੈਂਚਰਸ ਐਕਸਪਲੋਰਰ। ਚਲੋ ਕਿ ਇਸ ਦੇ ਬਾਰੇ ਜੋ ਇਸ ਦੀਆਂ ਸਾਹਸੀ ਖੋਜਾਂ ਸੀ ਉਸ ਦੇ ਬਾਰੇ ਪੜ੍ਹੀਏ ਅਤੇ ਉਸ ਤੋਂ ਵਧੇਰੇ ਜਾਣਕਾਰੀ ਪ੍ਰਾਪਤ ਕਰੀਏ। Long ago, when there were no planes and trains, no cars and buses, people had to travel to other countries by ship or caravan. ਲੰਬਾ ਸਮਾਂ ਪਹਿਲਾਂ ਜਦੋਂ ਬਹੁਤ ਸਮੇਂ ਪਹਿਲਾਂ ਜਦੋਂ ਕੋਈ ਹਵਾਈ ਜਹਾਜ਼, ਟ੍ਰੇਨਸ, ਰੇਲ ਗੱਡੀਆਂ, ਕਾਰਾਂ ਅਤੇ ਬੱਸਾਂ ਕੁਝ ਵੀ ਨਹੀਂ ਸਨ ਤਾਂ ਲੋਕ ਕੀ ਹੈਗਾ ਦੂਸਰੇ ਦੇਸ਼ਾਂ ਦੇ ਵਿੱਚ ਜਾਣ ਦੇ ਲਈ, ਅਦਰ ਕੰਟਰੀਜ਼ 'ਚ ਟਰੈਵਲ ਕਰਨ ਦੇ ਲਈ ਕਿਸ ਦੇ ਲਈ ਯੂਜ਼ ਕਰਦੇ ਸੀ? ਕਿਸ ਦਾ? ਸ਼ਿਪ ਐਂਡ ਕੈਰਾਵਾਨ ਦਾ। ਠੀਕ ਹੈ, ਜਾਂ ਤਾਂ ਸਮੁੰਦਰੀ ਜਹਾਜ਼ ਜਾਂ ਕਾਫਲਿਆਂ ਵਿੱਚ ਉਹਨਾਂ ਨੂੰ ਯਾਤਰਾ ਕਰਨੀ ਪੈਂਦੀ ਸੀ। ਮਾਰਕੋ ਪੋਲੋ ਵਾਜ਼ ਵਨ ਸੱਚ ਟਰੈਵਲਰ ਹੂ ਵੈਂਟ ਟੂ ਮੈਨੀ ਕੰਟਰੀਜ਼। ਮਾਰਕੋ ਪੋਲੋ ਵੀ ਕੀ ਸੀਗੇ? ਉਹਨਾਂ ਯਾਤਰੀਆਂ ਵਿੱਚੋਂ ਇੱਕ ਸੀ ਜਿਨ੍ਹਾਂ ਨੇ ਬਹੁਤ ਸਾਰੇ ਜਿਹੜੀ ਕੰਟਰੀਜ਼ ਦੀ ਜਿਹੜੇ ਰਾਜਾਂ ਦੀ ਸੀਗੀ ਦੇਸ਼ਾਂ ਦੀ ਯਾਤਰਾ ਕੀਤੀ ਉਸਨੇ। ਬਿਕੋਜ਼ ਹੀ ਵਾਂਟਡ ਟੂ ਲਰਨ ਅਬਾਊਟ ਦਾ ਪੀਪਲ, ਦੇਅਰ ਫੂਡ ਹੈਬਿਟਸ ਐਂਡ ਦੇਅਰ ਕਲਚਰ। ਕਿਉਂਕਿ ਉਹ ਜਾਣਨਾ ਚਾਹੁੰਦੇ ਸੀ ਉਹਨਾਂ ਲੋਕਾਂ ਦੇ ਬਾਰੇ, ਉਹਨਾਂ ਦੀਆਂ ਫੂਡ ਹੈਬਿਟਸ ਕੀ ਨੇ, ਉਹਨਾਂ ਦਾ ਖਾਣ ਦੀਆਂ ਆਦਤਾਂ ਕੀ ਹਨ ਅਤੇ ਉਹਨਾਂ ਦਾ ਕਲਚਰ ਹੈਗਾ ਜਿਹੜਾ ਉਹਨਾਂ ਦੇ ਰੀਤੀ ਰਿਵਾਜ, ਸੱਭਿਆਚਾਰ ਕੀ ਹੈਗਾ ਗਾ। ਮਾਰਕੋ ਪੋਲੋ ਵਾਜ਼ ਬੋਰਨ ਇਨ ਵੈਨਿਸ ਇਨ 1254। ਮਾਰਕੋ ਪੋਲੋ ਦਾ ਜਿਹੜਾ ਜਨਮ ਹੋਇਆ ਸੀ 1254 ਈਸਵੀ ਦੇ ਵਿੱਚ ਵੈਨਿਸ ਦੇ ਵਿੱਚ ਹੋਇਆ। ਵੈਨ ਹੀ ਵਾਜ਼ 17, ਜਦੋਂ 17 ਸਾਲ ਦੇ ਸੀ, he set out on his first voyage with his father and with his father Niccolò and his uncle Mefo। ਤਾਂ ਉਹਨਾਂ ਨੇ ਕੀ ਸੀ ਆਪਣੀ ਪਹਿਲੀ ਯਾਤਰਾ ਤੇ ਆਪਣੇ ਪਿਤਾ ਨਕੋਲੋ ਤੇ ਆਪਣੇ ਚਾਚਾ ਮਾਫੋ ਦੇ ਨਾਲ ਨਿਕਲੇ ਸੀਗੇ। he wanted to visit China to find out about the country and its people। ਉਹ ਕੀ ਸੀ ਚੀਨ ਦੀ ਯਾਤਰਾ ਕਰਨੀ ਚਾਹੁੰਦੇ ਸੀ ਤਾਂ ਕਿ ਜਿਹੜਾ ਉਸਦੇ ਦੇਸ਼ ਬਾਰੇ ਅਤੇ ਉਹਨਾਂ ਦੇ ਲੋਕਾਂ ਦੇ ਬਾਰੇ ਉਹਨਾਂ ਦੀ ਜਿਹੜੀ ਹੈਗੀ ਜਾਣਕਾਰੀ ਮਿਲ ਸਕੇ। ਇਟ ਟੁੱਕ ਹਿਮ 3 years ਟੂ ਰੀਚ ਚਾਈਨਾ। ਉਹਨਾਂ ਨੂੰ ਜਿਹੜੇ 3 ਸਾਲ ਲੱਗੇ ਚੀਨ ਪਹੁੰਚਣ ਦੇ ਲਈ। ਅਲੋਂਗ ਦਾ ਵੇ ਹੀ ਵਿਜ਼ਿਟਡ ਮੈਨੀ ਗ੍ਰੇਟ ਸਿਟੀਜ਼ ਐਂਡ ਸਾ ਮੈਨੀ ਸਾਈਟਸ ਇਨਕਲੂਡਿੰਗ ਦਾ ਹੋਲੀ ਸਿਟੀ ਆਫ ਯੂਰੇਸਲਮ। ਜਿਹੜੇ ਉਹਨਾਂ ਦੀ ਜਰਨੀ ਸੀ, ਉਹਨਾਂ ਦੀ ਯਾਤਰਾ ਦੇ ਰਸਤੇ ਦੇ ਵਿੱਚ ਠੀਕ ਹੈ ਉਹਨਾਂ ਨੂੰ ਬਹੁਤ ਸਾਰੇ ਮੰਨੇ ਪਰਮੰਨੇ ਸ਼ਹਿਰਾਂ ਦੇ ਵਿੱਚ ਗਏ ਅਤੇ ਉਸ ਤੋਂ ਬਾਅਦ ਕੀ ਸੀ ਉਹਨਾਂ ਨੇ ਜਿਹੜਾ ਜਰੂਸਲਮ ਸੀਗਾ, ਯੂਰੂਸਲਮ ਦੇ ਪਵਿੱਤਰ ਸ਼ਹਿਰ 'ਚ ਬਹੁਤ ਸਾਰੇ ਜਿਹੜੇ ਉਹਨਾਂ ਦੀਆਂ ਸਾਈਟ ਸੀ ਦੇਖਣਯੋਗ
ਉੱਥੇ ਕੀ ਸੀਗੇ ਉਹ ਗਏ। ਹੀ ਆਲਸੋ ਸਾ ਦ ਮਾਊਂਟੇਨਸ ਆਫ ਹਿੰਦੂ ਕੁਸ਼, ਪਰਸ਼ੀਆ ਐਂਡ ਦ ਗੋਬੀ ਡੈਜ਼ਰਟਸ। ਤਾਂ ਉਹਨਾਂ ਨੇ ਹਿੰਦੂ ਕੁਸ਼ ਪਰਬਤ, ਪ੍ਰਸ਼ਾ ਅਤੇ ਜਿਹੜਾ ਸੀਗਾ ਗੋਬੀ ਮਾਰੂਥਲ ਵੀ ਸੀ ਉਹ ਵੀ ਵੇਖੇ। ਹੀ ਮੈਟ ਏ ਲੋਟ ਆਫ ਡਿਫਰੈਂਟ ਪੀਪਲ ਐਂਡ ਹੈਡ ਮੈਨੀ ਐਡਵੈਂਚਰਸ। ਉਹ ਜਿਹੜੇ ਭਿੰਨ ਭਿੰਨ ਤਰ੍ਹਾਂ ਦੇ ਲੋਕਾਂ ਨਾਲ ਮਿਲੇ ਅਤੇ ਬਹੁਤ ਸਾਰੇ ਸਾਹਸੀ ਕੰਮ ਕੀਤੇ। The wealth and luxury of the Chinese cities impressed Marco Polo। ਜਿਹੜਾ ਚੀਨੀ ਸ਼ਹਿਰਾਂ ਦੀ ਜਿਹੜਾ ਵੈਲਥ ਸੀ, ਧਨ ਸੰਪੱਤੀ ਸੀ ਅਤੇ ਉਹਨਾਂ ਦੀ ਜਿਹੜੀ ਵਿਲਾਸਤਾ ਸੀ ਉਸਨੇ ਮਾਰਕੋ ਪੋਲੋ ਨੂੰ ਬਹੁਤ ਪ੍ਰਭਾਵਿਤ ਕੀਤਾ। ਹੀ ਵਾਜ਼ ਫੈਸੀਨੇਟਡ ਬਾਈ ਗ੍ਰੈਂਡਨੈਸ ਐਂਡ ਗ੍ਰੇਟਨੈਸ ਆਫ ਕੁਬਲਈ ਖਾਨਸ ਕੋਰਟ। ਤਾਂ ਉਹ ਕੁਬਲਈ ਖਾਨ ਦਾ ਜਿਹੜਾ ਦਰਬਾਰ ਸੀ ਉਸਦੀ ਗ੍ਰੈਂਡਨੈਸ, ਜਿਹੜੀ ਠਾਠ ਬਾਠ ਅਤੇ ਮਹਾਨਤਾ ਤੋਂ ਬਹੁਤ ਜ਼ਿਆਦਾ ਆਕਰਸ਼ਿਤ ਹੋਏ। ਇਟ ਵਾਜ਼ ਨਥਿੰਗ ਲਾਈਕ ਹੀ ਹੈਡ ਐਕਸਪੀਰੀਅੰਸਡ ਇਨ ਯੂਰਪ। ਤਾਂ ਜਿਹੜਾ ਉਹਨਾਂ ਨੇ ਯੂਰਪ ਦੇ ਵਿੱਚ ਐਕਸਪੀਰੀਅੰਸ ਕੀਤਾ ਸੀ, ਅਨੁਭਵ ਕੀਤਾ ਸੀ, ਉਸ ਦੇ ਕੁਝ ਵੀ ਮਿਲਦਾ ਜੁਲਦਾ ਨਹੀਂ ਸੀ ਉਸ ਦੇ ਨਾਲ। ਦੀ ਕੈਪੀਟਲ ਸਿਟੀ ਆਫ ਕਿੰਗਸੇ ਵਾਜ਼ ਲਾਰਜ। ਜਿਹੜੀ ਉਹਨਾਂ ਦੀ ਕੈਪੀਟਲ ਰਾਜਧਾਨੀ ਸੀ ਕਿੰਗਸੇ, ਉਹ ਲਾਰਜ ਸੀ, ਠੀਕ ਹੈ, ਬਹੁਤ ਵੱਡੀ ਸੀ ਨਾ ਸਿਰਫ, ਬਟ ਵੈਲ ਔਰਗਨਾਈਜ਼ਡ ਐਂਡ ਕਲੀਨ। ਪਰ ਉਹ ਸਾਫ ਸੁਥਰੀ ਅਤੇ ਪੂਰਨ ਰੂਪ ਦੇ ਵਿੱਚ ਕਿਸੇ ਵਿਵਸਥਿਤ ਸੀ। ਦ ਰੋਡਸ ਵਰ ਵਾਈਡ। ਜਿਹੜੀਆਂ ਸੜਕਾਂ ਸੀ ਉਸ ਦੀਆਂ ਚੌੜੀਆਂ ਸਨ। ਆਲ ਦਿਸ ਵਾਜ਼ ਵੈਲ ਬਿਯੋਂਡ ਐਨੀਥਿੰਗ ਹੀ ਹੈਡ ਐਕਸਪੀਰੀਅੰਸਡ ਇਨ ਵੈਨਿਸ। ਜਿਹੜਾ ਉਹ ਸਾਰਾ ਕੁਝ ਸੀਗਾ ਕੀ ਸੀ, ਉਹ ਵਧੀਆ ਸੀਗਾ ਜਿਹੜਾ ਉਹਨਾਂ ਨੇ ਵੈਨਿਸ ਦੇ ਵਿੱਚ ਕੀ ਸੀਗਾ ਉਹ ਅਨੁਭਵ ਕੀਤਾ ਸੀ। ਐਵਰੀਥਿੰਗ ਫਰੋਮ ਦ ਫੂਡ ਟੂ ਦ ਪੀਪਲ ਟੂ ਦ ਐਨੀਮਲਸ ਲਾਈਕ ਔਰਗਨਸ ਐਂਡ ਰਾਈਨੋਜ਼ ਵਰ ਨਿਊ ਐਂਡ ਇੰਟਰਸਟਿੰਗ। ਜਿਹੜੇ ਸੀਗੇ ਲੋਕਾਂ ਅਤੇ ਜਾਨਵਰਾਂ, ਜਿਵੇਂ ਕਿ ਸੀਗੇ ਔਰਗੈਂਟਸ ਜਿਹੜਾ ਗੋਰੀਲਾ ਸੀਗਾ, ਰਾਈਨੋ ਸੀ, ਗੈਂਡਾ ਸੀਗਾ, ਉਹਨਾਂ ਨੂੰ ਮਿਲਣ ਵਾਲੇ ਭੋਜਨ ਤੱਕ ਜਿਹੜੀ ਹਰ ਚੀਜ਼ ਸੀਗੀ ਕਿ ਉਹ ਸੀ ਉਹਨਾਂ ਦੇ ਲਈ ਨਿਊ ਸੀ, ਨਵੀਂ ਸੀ ਅਤੇ ਇੰਟਰਸਟਿੰਗ ਸੀ, ਦਿਲਚਸਪ ਸੀਗੀ। ਮਾਰਕੋ ਪੋਲੋ ਲਿਵਡ ਇਨ ਚਾਈਨਾ ਫॉर ਮੈਨੀ ਈਅਰਸ। ਮਾਰਕੋ ਪੋਲੋ ਸੀ ਜਿਹੜਾ ਚਾਈਨਾ ਦੇ ਵਿੱਚ ਬਹੁਤ ਸਾਲ ਤੱਕ ਰਹੇ। ਐਂਡ ਲਰਨ ਟੂ ਸਪੀਕ ਦ ਲੋਕਲ ਲੈਂਗੁਏਜ। ਅਤੇ ਉਹਨਾਂ ਨੇ ਜਿਹੜੀ ਉਹਨਾਂ ਦੀ ਲੈਂਗੁਏਜ ਸੀਗੀ, ਭਾਸ਼ਾ ਸੀਗੀ, ਸਥਾਨਕ ਭਾਸ਼ਾ ਸੀ ਉਹਨਾਂ ਲੋਕਾਂ ਦੀ, ਉਸ ਨੂੰ ਸਿੱਖਿਆ। ਹੀ ਟਰੈਵਲ ਥਰੂ ਆਊਟ ਚਾਈਨਾ। ਉਹਨਾਂ ਨੇ ਪੂਰੇ ਚਾਈਨਾ ਦੇ ਵਿੱਚ, ਚੀਨ ਦੇ ਵਿੱਚ ਜਿਹੜੇ ਯਾਤਰਾ ਕੀਤੀ। ਹੀ ਸਰਵਡ ਐਜ਼ ਏ ਮੈਸੇਂਜਰ ਐਂਡ ਸਪੇ ਫॉर ਦ ਇੰਪੀਰੀਅਰ। ਉਹਨਾਂ ਨੇ ਕੀ ਸੀ ਉੱਥੇ ਜਿਹੜਾ ਇੰਪੀਰੀਅਰ ਸੀ, ਸਮਰਾਟ ਸੀ, ਉਸ ਦਾ ਦੂਤ ਅਤੇ ਜਾਸੂਸ ਬਣ ਕੇ ਵੀ ਕੰਮ ਕੀਤਾ। ਹੀ ਵਿਜ਼ਟਡ ਏ ਲੋਟ ਆਫ ਕੰਟਰੀਜ਼ ਇਨ ਵੈਸਟਰਨ ਏਸ਼ੀਆ, ਨਾਰਥ ਅਫਰੀਕਾ ਐਂਡ ਸਦਰਨ ਯੂਰਪ। ਉਹਨਾਂ ਨੇ ਕੀ ਸੀਗਾ ਪੱਛਮੀ ਏਸ਼ੀਆ, ਉੱਤਰੀ ਜਿਹੜਾ ਸੀਗਾ ਅਫਰੀਕਾ ਅਤੇ ਦੱਖਣੀ ਯੂਰਪ ਦੇ ਬਹੁਤ ਸਾਰੇ ਦੇਸ਼ਾਂ ਦੀ ਯਾਤਰਾ ਕੀਤੀ। ਡਿਊਰਿੰਗ ਦੀਜ਼ ਵਿਜ਼ਿਟਸ ਹੀ ਲਰਨ ਅਬਾਊਟ ਡਿਫਰੈਂਟ ਕਲਚਰਸ, ਫੂਡਸ ਐਂਡ ਪੀਪਲ। ਇਹਨਾਂ ਯਾਤਰਾਵਾਂ ਦੇ ਦੌਰਾਨ ਉਹਨਾਂ ਨੇ ਬਹੁਤ ਸਾਰੇ ਕਲਚਰਸ, ਭਿੰਨ ਕਲਚਰਸ ਦੇ ਬਾਰੇ, ਸੱਭਿਆਚਾਰ ਦੇ ਬਾਰੇ, ਫੂਡਸ ਦੇ ਬਾਰੇ ਅਤੇ ਪੀਪਲ ਦੇ ਬਾਰੇ ਸਿੱਖਿਆ। ਹੀ ਸਾ ਮੈਨੀ ਪਲੇਸਿਸ ਐਂਡ ਥਿੰਗਸ ਦੈਟ ਨੋ ਬਡੀ ਫਰੋਮ ਯੂਰਪ ਹੈਡ ਸੀਨ ਐਵਰ। ਉਹਨਾਂ ਨੇ ਕਈ ਅਜਿਹੀਆਂ ਜਿਹੜੀਆਂ ਸੀਗੀਆਂ ਸਥਾਨ ਅਤੇ ਚੀਜ਼ਾਂ ਨੂੰ ਵੇਖਿਆ ਜੋ ਕਿ ਸੀ ਇਸ ਤੋਂ ਪਹਿਲਾਂ ਕਿਸੇ ਵੀ ਯਾਤਰੀ ਨੇ ਨਹੀਂ ਵੇਖਿਆ ਹੋਵੇਗਾ। ਆਫਟਰ ਟਰੈਵਲਿੰਗ ਫॉर 24 years, ਮਾਰਕੋ along with his father and uncle decided to return to Venice। ਜਿਹੜਾ 24 ਸਾਲਾਂ ਦੀ ਯਾਤਰਾ ਤੋਂ ਬਾਅਦ ਕੀ ਸੀਗਾ, ਮਾਰਕੋ ਪੋਲੋ ਨੇ ਆਪਣੇ ਫਾਦਰ ਅਤੇ ਅੰਕਲ ਦੇ ਨਾਲ ਵੈਨਿਸ ਵਾਪਸ ਜਾਣ ਦਾ ਫੈਸਲਾ ਕੀਤਾ। ਦੇ ਹੈਡ ਲੈਫਟ ਹੋਮ ਇਨ 1271 ਐਂਡ ਫਾਈਨਲੀ ਰਿਟਰਨ ਇਨ 1295। ਉਹਨਾਂ ਨੇ ਕੀ ਸੀ ਆਪਣਾ ਘਰ ਛੱਡਿਆ ਸੀ 1271 ਦੇ ਵਿੱਚ ਅਤੇ ਵਾਪਸ ਆਏ ਸੀ ਵੈਨਿਸ 1295 ਦੇ ਵਿੱਚ। A few years after returning home, Venice fought a war with the city of Genoa। ਜਿਹੜਾ ਘਰ ਪਹੁੰਚਣ ਤੋਂ ਥੋੜ੍ਹਾ ਸਮਾਂ ਬਾਅਦ ਹੀ ਕਿਸੇ ਕਿ ਵੈਨਿਸ ਦਾ ਜਿਹੜਾ ਜੈਨੋਆ ਸ਼ਹਿਰ ਦੇ ਨਾਲ ਯੁੱਧ ਛਿੜ ਗਿਆ, ਠੀਕ ਹੈ। ਮਾਰਕੋ ਵਾਸ ਕੈਪਚਰਡ। ਮਾਰਕੋ ਨੂੰ ਬੰਦੀ ਬਣਾ ਲਿਆ ਗਿਆ ਐਂਡ ਪੁੱਟ ਇਨ ਜੈਨੋਅਸ ਪ੍ਰਿਜ਼ਨ। ਅਤੇ ਜਿਹੜੀ ਜੈਨੋਆ ਦੀ ਜੇਲ੍ਹ ਦੇ ਵਿੱਚ ਉਹਨਾਂ ਨੂੰ ਪਾ ਦਿੱਤਾ ਗਿਆ। ਹੀ ਵਾਜ਼ ਰਿਲੀਜ਼ਡ ਫਰੋਮ ਪ੍ਰਿਜ਼ਨ ਇਨ 1299। ਉਹਨਾਂ ਨੂੰ 1299 ਦੇ ਵਿੱਚ ਕੀ ਸੀਗਾ ਉਸ ਜੇਲ੍ਹ ਦੇ ਵਿੱਚੋਂ ਰਿਹਾ ਕੀਤਾ ਗਿਆ, ਛੱਡਿਆ ਗਿਆ। ਹੀ ਬਿਕੇਮ ਏ ਵੈਲਥੀ ਮਰਚੈਂਟ। ਉਹ ਕਿਸੇ ਇੱਕ ਅਮੀਰ ਜਿਹੜਾ ਵਪਾਰੀ ਬਣ ਗਿਆ। ਹੀ ਮੈਰਿਡ ਏ ਲੇਡੀ ਨੇਮਡ ਡੋਨਾਟਾ ਬਾਰਡਰ।
उसने किसी एक लेडी सीगी जिसका नेम डोनाटा बॉर्डर सी, उसके नाल मैरिज की अपनी एंड हैड 3 चिल्ड्रन, तो उन्होंने किसी 3 बच्चे होए। ही डाइड ऑन 8 जनवरी 1324, उन्हों की जी मौत सी 8 जनवरी 1324 एट द एज ऑफ 70, 70 साल की उम्र विच 70 साल की उम्र विच हुई एंड वॉज बरीड इन द चर्च ऑफ सैन लोरेंजो इन वेनिस, तो उन्होंने जोड़ा वेनिस की चर्च सैन लोरेंजो विच दफनाया गया। इट वॉज इन द प्रिजन दैट मार्को मैट ए वैल नोन स्टोरी राइटर, प्रिजन दे विच जेल दे विच मार्को किसी एक प्रसिद्ध स्टोरी राइटर कहानी लेखक नूं मिलिया। मार्को नरेटेड डिटेल्ड स्टोरीज ऑफ हिज जर्नीज टू द राइटर, मार्को ने जड़ियाँ अपनियां यात्रावां दीयां स्टोरीज सीगियां, ठीक है, कहानियां सी उस राइटर नूं दसियां, विस्तृत उन्होंने जानकारी दी डिटेल दे विच। हू रोट ऑल द स्टोरीज इन ए बुक कॉल्ड द ट्रैवल्स ऑफ मार्को पोलो, तो जिन्हों ने वो सारिया स्टोरीज की सी एक बुक दे विच राइट कीतियां, जिस बुक का नेम सीगा द ट्रैवल्स ऑफ मार्को पोलो। इट बिकम अ वैरी पॉपूलर बुक, एक प्रसिद्ध जी सी किताब बन गई, ठीक है, पुस्तक सी, बहुत प्रसिद्ध हुई है। इट वॉज ट्रांसलेटेड इन टू मैनी लैंगुएज, इसका अनुवाद बहुत सारिया भाषावां किया गया एंड रीड थ्रू आउट यूरोप, तो पूरे यूरोप के विच इसनूं पढ़िया गया। इट इज़ सैड दैट क्रिस्टोफर कोलंबस अनदर एक्सप्लोरर वॉज ग्रेटली इंस्पायर्ड बाय द बुक, ये भी कहा जाता है कि जिहड़ा एक होर खोजी सीगा, ठीक है, क्रिस्टोफर कोलंबस, वो इस बुक तो बहुत ज़्यादा प्रभावित होया। इट इज़ बिलीव दैट ही कैरिड इट अलॉन्ग विद हिम ऑन हिज ट्रैवल्स, तो अजिहा भी विश्वास किया जाता है कि वो जिहड़ा ये पुस्तक अपनिया यात्रावां दे दौरान की सीगा नाल अपने नाल लैके गया सी। सो स्टूडेंट ये स्टोरी सीगी मार्को पोलो दी, ठीक है, जिसनों आपां रीड किया है। नैक्सट एक्टिविटी 2, मेक सेंटेंसिस ऑफ द ईडियम्स यू हैव स्टडीड, नीचे कुछ ईडियम्स दिते हुए ने, ठीक है, जिन्होंने स्टडी करना, उन्होंने मीनिंग दिते हुए ने, तो उन्होंने अगे आपां सेंटेंसिस बनाने हैं। फर्स्ट है बीट अबाउट द बुश, जिसका मीनिंग है अवॉइडिंग द मेन टॉपिक नॉट स्पीकिंग डायरैक्टली अबाउट द प्रॉब्लम, जिसका मतलब है कि जिहड़ा मेन टॉपिक है उसनों अवॉइड करने का, उस तो ध्यान हटा देना, तो कुछ होर मतलब प्रॉब्लम के बारे सीधा स्पीक ना करना। एवरी क्लाउड हैज़ अ सिल्वर लाइनिंग, बी पॉजिटिव इवन डिफिकल्ट टाइम्स विल लीड टू बैटर डेज, इसका मतलब की है कि हमेशा पॉजिटिव रहो, क्योंकि जिहड़ा मुश्किल समय मुश्किल टाइम तो बाद की हैगा बैटर डेज आउंदे ने, चंगे दिन आउंदे ने। नैक्सट है एक्शन स्पीक्स लाउडर दैन वर्ड्स, कि जिहड़े तुहाडे काम ने वो तुहाडे वर्ड्स तो ज़्यादा स्पीक करते हैं। इसका मतलब है पीपल्स इंटेंशन कैन बी जज बैटर बाई वट दे डू दैन वट दे से, लोगों के इरादे ज़्यादा चंगी तरह जज किए जाते हैं जिहड़ा वो काम करते हैं उन्होंने बोलन तो इलावा। एड इंसल्ट टू इंजरी टू फरदर एड टू ए लॉस विद मोकरी और इंडिगेंटी, किसी के लॉस नूं की हैगा मजाक दे विच लैना, टू वर्सन एन अनफेवरेबल सिचुएशन, जिहड़ी अपने फेवर दे विच अपने पक्ष दे विच सिचुएशन नहीं हुंदी उस तो भी भैड़ा होना। द बॉल इज़ इन योर कोर्ट, इट इज़ अप टू यू टू टेक द नैक्सट डिसीजन और स्टैप, ये तुहाडे तक होना जिहड़ा अगला फैसला हैगा या अगला स्टैप अगला कदम है वो तुहाडे उत्ते निर्भर होना। ब्लैसिंग इन डिसगाइज समथिंग गुड दैट इज़ नॉट रिकोगनाइज्ड एट फर्स्ट, अजिहा कुछ चंगा काम जिसनों असी पहला नहीं पछाणदे। क्राई ओवर स्पिल्ट मिल्क वैन यू कंप्लेन अबाउट अ लॉस फ्रॉम द पास्ट, जिहड़ा पास्ट दे विच काम हो चुकिया, ठीक है, लॉस हो चुकिया उसके बारे कंप्लेन करना। किल टू बर्ड्स विद वन स्टोन, टू अचीव टू थिंग्स विद वन एक्शन, एक ही काम दे नाल दो चीज़ों को अचीव करना, प्राप्त करना, एक तीर दो निशान की तरह। वंस इन अ ब्लू मून हैपन्स वैरी रेयर, कदे कदे होना जिहड़ी चीज़। टर्न ओवर अ न्यू लीफ टू चेंज वंस बिहेवियर यूजली इन अ पॉजिटिव वे, किसी के बिहेवियर नू चेंज करना पॉजिटिव तरीके दे नाल। सो आपां नैक्सट इन्हां दे जिहड़े हैगे आ सेंटेंसिस करांगे। फस्ट हैगा आइडियम दिता हुआ बीट अबाउट द बुश, इधर उधर दियां गल्लां। सो इसका सेंटेंस है डोंट बीट
about the bush. Come to the point. Next second है every cloud has a silver lining. That is the meaning है don't be upset. Every cloud has a silver lining in it. परेशान ना हो क्योंकि हर मुश्किल ਦੇ ਵਿੱਚ ਕੁਝ ਨਾ ਕੁਝ ਚੰਗਾ ਹੁੰਦਾ. Next है third. Actions speak louder than words. We must show our talent in actions. ਸਾਨੂੰ ਜਿਹੜਾ ਆਪਣਾ ਟੈਲੈਂਟ ਹੈ ਉਹ ਐਕਸ਼ਨਸ ਦੇ ਨਾਲ ਸ਼ੋ ਕਰਨਾ ਚਾਹੀਦਾ ਹੈ ਬਿਕੋਜ਼ ਕੀ ਹੈ ਐਕਸ਼ਨ ਸਪੀਕ louder than words. Next fourth है adding insult to injury. ਦੁੱਖ ਦੇ ਵਿੱਚ ਹੋਰ ਇਨਸਲਟ ਕਰਨਾ ਜਿਵੇਂ ਕਿਸੇ ਦੀ ਜ਼ਖਮ 'ਤੇ ਨੂੰ ਛਿੜਕਣਾ. Don't hurt his feelings more by adding insult to his injury. ਉਸ ਦੀਆਂ ਫੀਲਿੰਗਸ ਨੂੰ ਹੋਰ ਹਰਟ ਨਾ ਕਰੋ ਕਿਸ ਦੇ ਨਾਲ ਉਸ ਦੇ ਜਿਹੜੇ ਜ਼ਖਮ ਦੀ ਇਨਸਲਟ ਕਰਕੇ. ਨੰਬਰ 5 the ball is in your court. ਜਿਹੜਾ ਨੈਕਸਟ ਡਿਸੀਜ਼ਨ ਤੁਸੀਂ ਲੈਣਾ ਨਾਓ it is you to save the situation the ball is in your court. ਜਿਹੜਾ ਹੁਣ ਤੁਸੀਂ ਇਸ ਸਿਚੁਏਸ਼ਨ ਤੋਂ ਸੇਵ ਕਰਨਾ ਹੈ ਕਿਉਂਕਿ ਜਿਹੜੀ ਬਾਲ ਹੈਗੀ ਉਹ ਤੁਹਾਡੇ ਕੋਰਟ ਦੇ ਵਿੱਚ ਹੈ. ਜਿਹੜਾ ਡਿਸੀਜ਼ਨ ਹੈ ਨੈਕਸਟ ਡਿਸੀਜ਼ਨ ਉਹ ਤੁਸੀਂ ਲੈਣਾ ਹੈ. ਨੰਬਰ 6 ਬਲੈਸਿੰਗ ਇਨ ਡਿਸਗਾਈਜ਼. ਲੁਕਿਆ ਹੋਇਆ ਵਰਦਾਨ. ਇੰਗਲਿਸ਼ ਐਜੂਕੇਸ਼ਨ proved blessing in disguise for the Indians. ਜਿਹੜੀ ਇੰਗਲਿਸ਼ ਐਜੂਕੇਸ਼ਨ ਹੈਗੀ ਉਹ ਇੱਕ ਵਰਦਾਨ ਸਾਬਿਤ ਹੋਈ ਹੈਗੀ ਫॉर द ਇੰਡੀਅਨਸ. ਨੈਕਸਟ ਹੈ 7th ਪੁਆਇੰਟ cry over spilt milk. ਦੁੱਧ ਦੇ ਮਤਲਬ ਡੁੱਲੇ ਹੋਏ ਦੁੱਧ 'ਤੇ ਰੋਣਾ. it is foolish to cry over spilt milk. ਜਿਹੜਾ ਵਿਗੜੀ ਹੋਈ ਚੀਜ਼ 'ਤੇ ਰੋਣਾ ਮੂਰਖਤਾ ਹੈ. 8 kill 2 birds with 1 stone. He killed एक तीर दो निशान. 2 birds with 1 stone. By selling his old car at high price. ਉਸਨੇ ਇੱਕ ਤੀਰ ਨਾਲ 2 ਨਿਸ਼ਾਨੇ ਜਿਹੜਾ ਹੈਗਾ 2 ਬਰਡ ਜਿਹੜੇ ਮਾਰਨ ਦਾ ਮਾਰੇ ਕਿਸ ਦੇ ਨਾਲ ਬਾਈ ਸੈਲਿੰਗ ਹਿਸ ਆਪਣੀ ਜਿਹੜੀ ਪੁਰਾਣੀ ਕਾਰ ਨੂੰ ਹਾਈ ਪ੍ਰਾਈਸ 'ਤੇ ਵੇਚ ਕੇ. ਨੈਕਸਟ ਹੈ 9th once in a blue moon. very rare such achievements
R1 once in a blue moon। ਜਿਹੜੀਆਂ ਕੁਝ ਇਹੋ ਜਿਹੀਆਂ ਅਚੀਵਮੈਂਟਸ ਹੁੰਦੀਆਂ ਨੇ ਜਿਹੜੀਆਂ ਅਚੀਵ ਕੀਤੀਆਂ ਜਾਂਦੀਆਂ ਹੈਗੀਆਂ ਵਨਸ ਇਨ ਅ ਬਲੂ ਮੂਨ, ਵੈਰੀ ਰੇਅਰ। 10th ਹੈਗਾ ਟਰਨ ਅ ਨਿਊ ਲੀਫ। ਕਿਸੇ ਦੇ ਬਿਹੇਵੀਅਰ ਨੂੰ ਚੇਂਜ ਕਰਨਾ ਪੋਜ਼ੀਟਿਵ ਵੇ ਦੇ ਵਿੱਚ। ਹਿਜ਼ ਸਡਨ ਸਕਸੈਸ ਟਰਨਡ ਏ ਨਿਊ ਲੀਫ ਇਨ ਹਿਜ਼ ਲਾਈਫ। ਜਿਹੜੀ ਉਸਦੀ ਅਚਾਨਕ ਸਕਸੈਸ ਨੇ ਉਸਦੀ ਲਾਈਫ ਨੂੰ ਇੱਕ ਨਵੇਂ ਤਰੀਕੇ ਦੇ ਨਾਲ ਬਦਲਤਾ। ਨੈਕਸਟ ਸਟੂਡੈਂਟ ਐਕਟੀਵਿਟੀ 3, ਰੀਡ ਦ ਲੈਸਨ ਐਂਡ ਆਨਸਰ ਦ ਫੋਲੋਇੰਗ ਕੁਐਸਚਨਸ। ਲੈਸਨ ਰੀਡ ਕਰਨਾ ਤੇ ਆਨਸਰ ਦੇਣੇ ਨੇ। ਹੂ ਵਾਜ਼ ਮਾਰਕੋ ਪੋਲੋ? ਮਾਰਕੋ ਪੋਲੋ ਕੌਣ ਸੀ? ਮਾਰਕੋ ਪੋਲੋ ਵਾਜ਼ ਅ ਮਰਚੈਂਟ ਐਂਡ ਐਡਵੈਂਚਰਰ ਆਫ ਇਟਲੀ। ਮਾਰਕੋ ਪੋਲੋ ਇੱਕ ਵਪਾਰੀ ਸੀ ਤੇ ਖੋਜੀ ਸੀ ਇਟਲੀ ਦਾ। ਸੈਕਿੰਡ ਕੁਐਸਚਨ, ਵੈਨ ਐਂਡ ਵੇਅਰ ਵਾਜ਼ ਮਾਰਕੋ ਪੋਲੋ ਬੋਰਨ? ਕਦੋਂ ਤੇ ਜਿਹੜਾ ਮਾਰਕੋ ਪੋਲੋ ਦਾ ਜਨਮ ਕਦੋਂ ਤੇ ਕਿੱਥੇ ਹੋਇਆ? ਮਾਰਕੋ ਪੋਲੋ ਦਾ ਜਨਮ ਜਿਹੜਾ 1524 'ਚ ਵੈਨਿਸ ਦੇ ਵਿੱਚ ਹੋਇਆ ਸੀ। ਨੈਕਸਟ ਹੈ, ਵਾਈ ਡਿਡ ਮਾਰਕੋ ਪੋਲੋ ਵਿਜ਼ਿਟ ਸੋ ਮੈਨੀ ਸਿਟੀਜ਼? ਜਿਹੜਾ ਮਾਰਕੋ ਪੋਲੋ ਨੇ ਬਹੁਤ ਸਾਰੇ ਜਿਹੜੇ ਇੰਨੇ ਸਾਰੇ ਸ਼ਹਿਰਾਂ ਦੀ ਯਾਤਰਾ ਕਿਉਂ ਕੀਤੀ? ਮਾਰਕੋ ਪੋਲੋ ਵਿਜ਼ਿਟਡ ਸੋ ਮੈਨੀ ਸਿਟੀਜ਼ ਬਿਕੋਜ਼ ਹੀ ਵਾਂਟਡ ਟੂ ਲਰਨ ਅਬਾਊਟ ਪੀਪਲ, ਦੇਅਰ ਫੂਡ ਹੈਬਿਟਸ ਐਂਡ ਦੇਅਰ ਕਲਚਰਸ ਦੇਅਰ। ਉਹਨੇ ਇੰਨੇ ਸਾਰੇ ਜਿਹੜੇ ਸ਼ਹਿਰਾਂ ਦੀ ਯਾਤਰਾ ਇਸ ਲਈ ਕੀਤੀ ਕਿਉਂਕਿ ਉਹ ਉਹਨਾਂ ਦੇ ਲੋਕਾਂ ਦੇ ਬਾਰੇ, ਉਹਨਾਂ ਦੀਆਂ ਫੂਡ ਹੈਬਿਟਸ ਅਤੇ ਉਹਨਾਂ ਦੇ ਕਲਚਰ ਦੇ ਬਾਰੇ ਜਾਣਨਾ ਚਾਹੁੰਦਾ ਸੀਗਾ। ਹੂ ਅਕੰਪਨਾਈਡ ਮਾਰਕੋ ਪੋਲੋ ਡਿਊਰਿੰਗ ਹਿਜ਼ ਵਿਜ਼ਿਟਸ? ਮਾਰਕੋ ਪੋਲੋ ਦੀਆਂ ਵਿਜ਼ਿਟਸ ਦੇ ਦੌਰਾਨ ਉਸਦੇ ਨਾਲ ਕੌਣ ਕੌਣ ਸੀਗਾ? ਕੌਣ ਘੁੰਮਣ ਗਿਆ ਸੀ ਉਸਦੇ ਨਾਲ? ਹਿਜ਼ ਫਾਦਰ ਨਿਕੋਲੋ ਐਂਡ ਹਿਜ਼ ਅੰਕਲ ਮਾਫੋ ਅਕੰਪਨਾਈਡ ਮਾਰਕੋ ਪੋਲੋ ਡਿਊਰਿੰਗ ਹਿਜ਼ ਵਿਜ਼ਿਟਸ। ਉਸਦੇ ਫਾਦਰ ਨਿਕੋਲੋ ਅਤੇ ਜਿਹੜਾ ਉਹਦਾ ਅੰਕਲ ਸੀਗਾ ਮੈਫੋ ਕੀ ਸੀਗਾ, ਉਸ ਦੇ ਨਾਲ ਕੀ ਸੀ, ਉਸਨੇ ਜਿਹੜਾ ਯਾਤਰਾ ਮਾਰਕੋ ਪੋਲੋ ਦੀਆਂ ਯਾਤਰਾ ਦੇ ਦੌਰਾਨ ਉਹ ਨਾਲ ਘੁੰਮਣ ਗਏ ਸੀ। ਨੈਕਸਟ ਕੁਐਸਚਨ, ਵਿਚ ਫੀਚਰਸ ਆਫ ਦ ਚਾਈਨੀਜ਼ ਸਿਟੀਜ਼ ਇੰਪ੍ਰੈਸਡ ਮਾਰਕੋ ਪੋਲੋ? ਜਿਹੜੀਆਂ ਚੀਨ ਦੇ ਸ਼ਹਿਰਾਂ ਦੀਆਂ ਕਿਹੜੀਆਂ ਵਿਸ਼ੇਸ਼ਤਾਵਾਂ ਸੀਗੀਆਂ ਜਿਨ੍ਹਾਂ ਨੇ ਮਾਰਕੋ ਪੋਲੋ ਨੂੰ ਪ੍ਰਭਾਵਿਤ ਕੀਤਾ? ਦ ਵੈਲਥ ਐਂਡ ਲਗਜ਼ਰੀ ਆਫ ਦ ਚਾਈਨੀਜ਼ ਸਿਟੀਜ਼ ਇੰਪ੍ਰੈਸਡ ਮਾਰਕੋ ਪੋਲੋ। ਜਿਹੜਾ ਉਹਨਾਂ ਦਾ ਧਨ ਸੰਪੱਤੀ ਸੀ ਅਤੇ ਉਹਨਾਂ ਦੀ ਜਿਹੜੀ ਲਗਜ਼ਰੀ ਸੀ, ਵਿਲਾਸਤਾ ਸੀਗੀ, ਉਹਨਾਂ ਦੀਆਂ ਸਹੂਲਤਾਂ ਸੀ, ਉਹਨਾਂ ਨੇ ਮਾਰਕੋ ਪੋਲੋ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਚਾਈਨੀਜ਼ ਸਿਟੀਜ਼ ਤੋਂ। ਨੈਕਸਟ ਕੁਐਸਚਨ, ਹਾਊ ਡਿਡ ਹੀ ਸਰਵ ਦ ਚਾਈਨੀਜ਼ ਇੰਪੀਰੀਅਰ? ਜਿਹੜਾ ਉਸਨੇ ਚੀਨੀ ਸਮਰਾਟ ਨੂੰ ਕਿਵੇਂ ਉਸਦੀ ਸੇਵਾ ਕੀਤੀ ਸੀ? ਹੀ ਸਰਵ ਦ ਚਾਈਨੀਜ਼ ਇੰਪੀਰੀਅਰ ਐਜ਼ ਅ ਮੈਸੇਂਜਰ ਐਂਡ ਐਜ਼ ਅ ਸਪੇ। ਇੱਕ ਤਾਂ ਸੰਦੇਸ਼ਵਾਹਕ ਅਤੇ ਇੱਕ ਜਿਹੜਾ ਜਾਸੂਸ ਦੇ ਤੌਰ 'ਤੇ ਉਸਦੀ ਹੈਲਪ ਸਰਵ ਕੀਤਾ ਸੀ ਚਾਈਨੀਜ਼ ਇੰਪੀਰੀਅਰ ਨੂੰ। ਨੈਕਸਟ ਕੁਐਸਚਨ, ਆਫਟਰ ਹਾਊ ਮੈਨੀ ਈਅਰਸ ਡਿਡ ਮਾਰਕੋ ਪੋਲੋ ਰਿਟਰਨ ਟੂ ਵੈਨਿਸ? ਮਾਰਕੋ ਪੋਲੋ ਜਿਹੜਾ ਕਿੰਨੇ ਸਾਲਾਂ ਦੇ ਬਾਅਦ ਵੈਨਿਸ ਵਾਪਸ ਪਰਤਿਆ ਸੀ? ਮਾਰਕੋ ਪੋਲੋ ਰਿਟਰਨ ਵੈਨਿਸ ਆਫਟਰ 24 ਈਅਰਸ। ਉਹ ਕੀ ਸੀ? ਮਾਰਕੋ ਪੋਲੋ 24 ਸਾਲਾਂ ਬਾਅਦ ਵੈਨਿਸ ਵਾਪਸ ਪਰਤਿਆ। ਵਟ ਵਾਜ਼ ਦ ਇਫੈਕਟ ਆਫ ਦ ਵਾਰ ਬਿਟਵੀਨ ਵੈਨਿਸ ਐਂਡ ਜੈਨੋਆ ਅਪੋਨ ਮਾਰਕੋ ਪੋਲੋ? ਜਿਹੜਾ ਵਾਰ ਹੋਇਆ ਸੀਗਾ, ਯੁੱਧ ਹੋਇਆ ਸੀ ਵੈਨਿਸ ਅਤੇ ਜੈਨੋਆ ਦੇ ਵਿਚਕਾਰ, ਉਸਦਾ ਮਾਰਕੋ ਪੋਲੋ 'ਤੇ ਕੀ ਅਸਰ ਹੋਇਆ? ਮਾਰਕੋ ਪੋਲੋ ਵਾਜ਼ ਕੈਪਚਰਡ ਐਂਡ ਪੁੱਟ ਇਨ ਅ ਜੈਨੋਆ ਪ੍ਰਿਜ਼ਨ। ਮਾਰਕੋ ਪੋਲੋ ਨੂੰ ਜਿਹੜਾ ਪਕੜਿਆ ਲਿਆ ਗਿਆ, ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸਨੂੰ ਇੱਕ ਜੈਨੋਆ ਦੀ ਜੇਲ੍ਹ ਦੇ ਵਿੱਚ ਪਾ ਦਿੱਤਾ ਗਿਆ। ਨੇਮ ਦ ਬੁੱਕ ਦੈਟ ਕੰਟੇਨਸ ਡਿਟੇਲ ਸਟੋਰੀਜ਼ ਅਬਾਊਟ ਮਾਰਕੋਸ ਜਰਨੀਜ਼। ਉਸ ਬੁੱਕ ਦਾ ਨੇਮ ਲਿਖਣਾ ਹੈਗਾ ਜਿਸ ਦੇ ਵਿੱਚ ਮਾਰਕੋ ਪੋਲੋ ਦੀਆਂ ਜਿਹੜੀਆਂ ਜਰਨੀਜ਼ ਹੈਗੀਆਂ ਉਹਨਾਂ ਦੀਆਂ ਡਿਟੇਲ ਸਟੋਰੀਜ਼ ਦੱਸੀਆਂ ਹੋਈਆਂ ਨੇ। ਦ ਨੇਮ ਆਫ ਦ ਬੁੱਕ ਇਜ਼ ਦ ਟਰੈਵਲਸ ਆਫ ਮਾਰਕੋ ਪੋਲੋ। ਦਾ ਨਾਮ ਕੀ ਸੀ? ਦ ਟਰੈਵਲਸ ਆਫ ਮਾਰਕੋ ਪੋਲੋ। Who carried the book The Travels of Marco Polo along with him on his travels? Why? ਜਿਹੜਾ ਕੌਣ ਸੀਗਾ ਮਾਰਕੋ ਪੋਲੋ ਦੀ ਜਿਹੜੀ ਬੁੱਕ ਸੀ ਉਹਨਾਂ ਨੂੰ ਆਪਣੀ ਟਰੈਵਲਸ ਦੇ ਵਿੱਚ ਹਮੇਸ਼ਾ ਨਾਲ ਰੱਖਦਾ ਸੀ ਅਤੇ ਕਿਉਂ? Christopher Columbus carried this book with him because he was greatly inspired by the book.
ਜਿਹੜਾ ਕ੍ਰਿਸਟੋਫਰ ਕੋਲੰਬਸ ਸੀਗਾ ਉਹ ਹਮੇਸ਼ਾ ਇਸ ਬੁੱਕ ਨੂੰ ਨਾਲ ਲੈ ਕੇ ਜਾਂਦਾ ਸੀ ਆਪਣੇ ਵਿਦ ਹਿਮ ਆਪਣੇ ਨਾਲ, ਬਿਕੋਜ਼ ਹੀ ਵਾਜ਼ ਗ੍ਰੇਟਲੀ ਇੰਸਪਾਇਰਡ ਬਾਏ ਦ ਬੁੱਕ, ਕਿਉਂਕਿ ਉਹ ਇਸ ਬੁੱਕ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਸੀਗਾ। ਨੈਕਸਟ ਹੈ ਰੀਡ ਐਕਟੀਵਿਟੀ 4, ਰੀਡ ਦ ਸਟੋਰੀਜ਼ ਐਂਡ ਫਿਲ ਇਨ ਦ ਬਲੈਂਕਸ। ਸਟੋਰੀ ਰੀਡ ਕਰਨੀ ਹੈ ਅਤੇ ਬਲੈਂਕਸ ਨੂੰ ਕੰਪਲੀਟ ਕਰਨਾ ਹੈ। ਫਸਟ ਵਨ, ਮਾਰਕੋ ਪੋਲੋ ਸੈਟ ਆਊਟ ਔਨ ਹਿਜ਼ ਫਸਟ ਵੋਏਜ ਐਟ ਦ ਏਜ ਆਫ, ਜਿਹੜਾ ਮਾਰਕੋ ਪੋਲੋ ਨੇ ਆਪਣੀ ਪਹਿਲੀ ਯਾਤਰਾ ਕਿੰਨੀ ਏਜ ਕੀਤੀ ਸੀ? ਐਟ ਦ ਏਜ ਆਫ 17। ਹੀ ਵਿਜ਼ਟਡ ਦਾ ਹੋਲੀ ਸਿਟੀ ਆਫ, ਉਸਨੇ ਕਿਸ ਦੀ ਜਿਹੜੀ ਹੋਲੀ ਸਿਟੀ ਦੇ ਵਿੱਚ ਗਿਆ ਸੀਗਾ, ਧਾਰਮਿਕ ਸ਼ਹਿਰ ਦੇ ਵਿੱਚ? ਯੂਰੂਸ਼ਲਮ। ਨੈਕਸਟ, ਹੀ ਵਾਜ਼ ਰਿਲੀਜ਼ਡ ਫਰੋਮ ਦਾ ਪ੍ਰਿਜ਼ਨ ਇਨ, ਉਸਨੂੰ ਕਿੰਨੇ ਦੇ ਵਿੱਚ ਪ੍ਰਿਜ਼ਨ ਤੋਂ ਰਿਲੀਜ਼ ਕੀਤਾ ਗਿਆ ਸੀ, ਛੱਡਿਆ ਗਿਆ ਸੀ? 1299। ਹੀ ਵਾਜ਼ ਮੈਰਿਡ ਟੂ, ਉਸ ਦੀ ਮੈਰਿਜ ਕਿਸ ਦੇ ਨਾਲ ਹੋਈ ਸੀ? ਡੋਨਾਟਾ ਬੈਡਵਾਰ। ਮਾਰਕੋ ਪੋਲੋ ਪਾਸਡ ਅਵੇ ਔਨ ਡੈਸ਼ ਐਟ ਦਾ ਏਜ ਆਫ ਡੈਸ਼, ਕਿੰਨੇ ਦੇ ਵਿੱਚ ਪਾਸ ਹੋਇਆ ਸੀ? ਉਸਦੀ ਡੈਥ ਕਿੰਨੇ 'ਚ ਹੋਈ ਸੀ? 8 ਜਨਵਰੀ 1324 ਐਟ ਦਾ ਏਜ ਆਫ 70, ਜਿਹੜੀ ਉਸਦੀ ਡੈਥ ਹੋਈ ਸੀ 8 ਜਨਵਰੀ 1324 ਨੂੰ, ਵਿੱਚ 70 ਸਾਲ ਦੀ ਉਮਰ ਦੇ ਵਿੱਚ ਹੋਈ ਸੀ। ਸੋ ਸਟੂਡੈਂਟ, ਤੁਸੀਂ ਇਸ ਦੇ ਵਰਡ ਮੀਨਿੰਗ, ਇਸ ਚੈਪਟਰ ਨੂੰ ਚੰਗੀ ਤਰ੍ਹਾਂ ਅੰਡਰਸਟੈਂਡ ਕਰਨਾ ਹੈਗਾ। ਇਸ ਦੇ ਵਰਡ ਮੀਨਿੰਗ, ਸੈਂਟੈਂਸਿਸ, ਕੁਐਸਚਨ ਆਨਸਰ, ਬਲੈਂਕਸ, ਇਸ ਨੂੰ ਆਪਣੀਆਂ ਫੇਅਰ ਨੋਟਬੁੱਕਸ ਦੇ ਵਿੱਚ ਰਾਈਟ ਡਾਊਨ ਕਰਨਾ ਹੈਗਾ ਅਤੇ ਮੈਨੂੰ ਵਟਸਐਪ 'ਤੇ ਸੈਂਡ ਕਰਨਾ ਹੈ। ਇਫ ਯੂ ਹੈਵ ਐਨੀ ਡਾਊਟ ਰਿਗਾਰਡਿੰਗ ਦਿਸ ਚੈਪਟਰ, so you can message me. Thanks.